ਬਾਦਲ ਕੇ ਵਾਲੇ ਰਾਹ ਪੈ ਗਿਆ ਭਗਵੰਤ ਮਾਨ। ਹੁਣ ਇਹ 100 ਛਿੱਤਰ ਵੀ ਖਾਊ, 100 ਗੰਢੇ ਵੀ ਖਾਊ। ਰਾਜਪਾਲ ਨੂੰ ਇਕੱਠੇ ਨੇ ਮੈਮੋਰੰਡਮ ਦਿੱਤਾ। ਪੁੱਛਿਆ ਗਿਆ ਸ਼ਰਨਜੀਤ ਢਿੱਲੋਂ ਨੂੰ ਤੁਸੀਂ ਕਿਵੇਂ ਨਾਲੋਂ ਵਿਆਖਿਆ ਦਿੱਤੀ। ਹਰਪਾਲ ਚੀਮਾ ਜਿਹਨੂੰ ਸੀਨੀਅਰ ਵਕੀਲ ਕਹਿੰਦੇ ਨੇ ਉਹਨੇ ਵਿਆਖਿਆ ਦਿੱਤੀ। ਪਰ 2 ਘੰਟੇ ਬਾਅਦ ਇਹ ਸਾਰੀ ਚੇਂਜ ਹੋ ਗਿਆ। ਕਿਉਂ ਚੇਂਜ ਹੋ ਗਿਆ? ਫਿਰ 2022 ਸਾਹਮਣੇ ਦਿਸਣ ਲੱਗ ਗਈ। ਹਾਈਪ ਕ੍ਰੀਏਟ ਕੀਤੀ ਜਾਂਦੀ ਆ। ਉਹਦੇ ਵਿੱਚੋਂ ਫਿਰ ਜਿਹੜਾ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ, ਉਹਨੂੰ ਹੁਣ ਖੇਤਾਂ ਦਾ ਰਾਖਾ ਬਣਾਉਣਾ ਸੀ ਨਾ। ਇਸ ਕਰਕੇ ਕੋਈ ਰਾਸ਼ਟਰਪਤੀ ਰਾਜ ਦੀ ਸੰਭਾਵਨਾ ਨਹੀਂ, ਕੋਈ ਐਮਰਜੈਂਸੀ ਦੀ ਸੰਭਾਵਨਾ ਨਹੀਂ। ਇੱਕ ਹਾਈਪ ਕ੍ਰੀਏਟ ਕੀਤੀ ਆ ਉਹਨੇ। ਇਹ ਤਾਂ ਜਿਵੇਂ ਐਂ ਕਹਿੰਦੇ ਹੁੰਦੇ ਆ, ਪੁਰਾਣੀਆਂ ਕਹਾਣੀਆਂ ਸੁਣਾਉਂਦੇ ਸੀ ਵੀ ਜਦੋਂ ਰਾਜੇ ਦੇ ਮੁੰਡੇ ਨੇ ਰਾਜ ਸਾਂਭਿਆ ਨਾ, ਉਹਨੇ ਆਪਦੇ ਬਾਪ ਨੂੰ ਕੈਦ ਕੀਤਾ। ਸੋ ਉਹਦੇ ਸਾਹਮਣੇ ਉਹਦਾ ਮਹਿਲ ਮਨਾਰੇ ਨੇ ਜਿਹੜੇ ਢਹਿ ਰਹੇ ਨੇ। ਦੇਖੋ, ਸੁਖਬੀਰ ਤਾਂ ਨਾ ਅਕਾਲੀਆਂ ਦਾ ਲੀਡਰ ਆ, ਨਾ ਕਿਸਾਨਾਂ ਦਾ ਲੀਡਰ ਆ। ਇਹਦੀ ਤਾਂ ਗੱਲੇ ਨਹੀਂ ਲੋਕਾਂ ਦੇ ਮਨ ਨਾਲ ਜੁੜਦੀ। ਇਹ ਤਾਂ ਕਾਰਪੋਰੇਟ ਦਾ ਨੁਮਾਇੰਦਾ। 1976 ਚ ਐਮਰਜੈਂਸੀ ਮੌਕੇ ਆ, ਇੰਦਰਾ ਗਾਂਧੀ ਨੇ ਸਿੱਖਿਆ ਖੋਲੀ ਰਾਜਾਂ ਤੋਂ। ਇੰਦਰਾ ਗਾਂਧੀ ਉਲਟਾਤੀ, ਪਰ ਉਹ ਫੈਸਲਾ ਨਹੀਂ ਬਦਲੇ। ਜੋ ਕਾਂਗਰਸ ਨੇ ਫੈਸਲੇ ਕੀਤੇ ਨੇ ਉਹ ਭਾਜਪਾ ਨੇ ਨਹੀਂ ਬਦਲਿਆ ਕੋਈ। ਜੋ ਅਕਾਲੀਆਂ ਨੇ ਫੈਸਲੇ ਕੀਤੇ ਨੇ, ਕਾਂਗਰਸ ਨੇ ਕੀਤੇ ਨੇ, ਇੱਕ ਦੂਜੇ ਦੇ ਫੈਸਲੇ ਨਹੀਂ ਕਿਸੇ ਨੇ ਬਦਲੇ। ਦੂਜੀ ਜੋ ਪਾਰਲੀਮੈਂਟ ਇੱਕ ਮਰਿਆਦਾ ਸੀ ਵਿਚਾਰ ਕਰਨ ਦੀ, ਉਹ ਕਰਨ ਦੀ, ਉਹ ਜਿਉਂ-ਜਿਉਂ ਤਾਕਤ ਆਈ ਗਈ ਕਿਸੇ ਇੱਕ ਪਾਰਟੀ ਦੇ ਹੱਥ, ਫਿਰ ਪਾਰਟੀ ਦੇ ਵਿੱਚੋਂ ਵੀ ਬੰਦੇ ਦੇ ਹੱਥ 'ਚ ਉਹਦਾ ਹੁਕਮ ਆ ਵੀ ਨਹੀਂ ਚੱਕ ਦੋ ਫੱਟੇ। ਮੋਦੀ ਕਹਿੰਦਾ ਸੀ ਨਾ, ਵਿਪਤਾ ਨੂੰ ਮੌਕਾ ਵੀ ਬਣਾਇਆ ਜਾ ਸਕਦਾ। ਬਸ ਉਹਨੇ ਜਿਹੜੀ ਵਿਪਤਾ ਸੀ ਕੋਵਿਡ ਦੀ, ਉਹਨੂੰ ਮੌਕੇ 'ਚ ਬਦਲ ਲਿਆ। ਪਰ ਕਿਉਂਕਿ ਹੁਣ ਅਮਰਿੰਦਰ ਦੇ ਪੈਰ ਹੇਠਾਂ ਬਟੇਰਾ ਆ ਗਿਆ, ਇਹਦੇ ਵਰਗੀ ਮਾੜੀ ਕਾਰਗੁਜ਼ਾਰੀ ਕੋਈ ਨਹੀਂ ਸੀ। ਨੁਖਿੱਧ ਕਾਰਗੁਜ਼ਾਰੀ ਸੀ। ਜੇ ਕਿਤੇ ਕੋਵਿਡ ਨਾ ਆਉਂਦਾ, ਆ ਕਿਸਾਨਾਂ ਵਾਲਾ ਮਸਲਾ ਨਾ ਆਉਂਦਾ, ਹੁਣ ਤੱਕ ਤਾਂ ਲੋਕ ਇਹਦੇ ਖਿਲਾਫ ਵੱਡੇ ਪੱਧਰ ਤੇ ਮੈਦਾਨਾਂ 'ਚ ਨਿੱਤਰੇ ਹੋਣੇ ਸੀ। ਪੰਜਾਬ ਵਿਧਾਨ ਸਭਾ ਦੇ ਵਿੱਚ ਸਿਆਸੀ ਧਿਰਾਂ ਦੀ ਇਕਸੁਰਤਾ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਜਿਹੜਾ ਰਾਗ ਬਦਲਦਾ ਹੋਇਆ ਨਜ਼ਰ ਆ ਰਿਹਾ। ਪੰਜਾਬ ਦੀ ਸਿਆਸਤ ਜਾ ਕਿੱਧਰ ਨੂੰ ਰਹੀ ਹੈ, ਕਿਸਾਨੀ ਅੰਦੋਲਨ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ, ਜਾਂ ਕਿਸ ਤਰੀਕੇ ਦੀ ਸਿਆਸਤ ਪੰਜਾਬ 'ਚ ਇਸ ਵਕਤ ਚੱਲ ਰਹੀ ਹੈ, ਸਮਝਣ ਦੇ ਲਈ ਅਸੀਂ ਪਹੁੰਚੇ ਹਾਂ। ਅੱਗੇ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਨੇ। ਮਾਲੀ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਬਸ ਵਧੀਆ ਜੀ। ਜੋ ਕੁਛ ਵਿਧਾਨ ਸਭਾ 'ਚ ਹੋਇਆ, ਜਿਸ ਤਰੀਕੇ ਸੜਕਾਂ ਉੱਤੇ ਕਿਸਾਨ ਨੇ ਵਿਧਾਨ ਸਭਾ 'ਚ ਸਾਰੀ ਕਾਰਵਾਈ ਹੋਈ, ਕਾਨੂੰਨ ਲਿਆਂਦੇ ਗਏ, ਉਦੋਂ ਬਾਅਦ 'ਚੋਂ ਪਾਰਟੀਆਂ ਨੇ ਸਟੈਂਡ ਬਦਲ ਲਏ, ਕਿਵੇਂ ਦੇਖਦੇ ਹੋ? ਕੀ ਇਹ ਕ੍ਰੈਡਿਟ ਵਾਰ ਹੈ ਜਾਂ ਫਿਰ ਜਾ ਕਿੱਧਰ ਨੂੰ ਰਿਹਾ ਮਸਲਾ? ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਪਾਰਟੀਆਂ ਨੂੰ ਹਲਾਈ ਕਿਸਾਨ ਅੰਦੋਲਨ ਨੇ ਆ। ਇਹਨਾਂ ਦਾ ਤਾਂ ਚਿੱਤ ਹੀ ਨਹੀਂ ਸੀ ਕੋਈ ਗੱਲ। ਇਸੇ ਕਰਕੇ ਇਹ ਗੱਲਾਂ ਆਉਂਦੀਆਂ ਨਾ ਵੀ ਬਾਦਲ ਸਾਹਿਬ ਨੇ ਕੰਟਰੈਕਟ ਫਾਰਮਿੰਗ ਵੀ ਬਣਾਈ ਸੀ 13 ਚ, ਤੇ 17 ਦੇ ਵਿੱਚ ਅਮਰਿੰਦਰ ਸਿੰਘ ਨੇ ਪ੍ਰਾਈਵੇਟ ਮੰਡੀਆਂ ਦਾ ਵੀ ਬਣਾਇਆ ਸੀ। ਚਾਹੇ ਉਹ ਨਿਯਮਾਂ ਜਿਹੜੇ ਹੁਣ ਵਰਗੇ ਨਹੀਂ, ਪਰ ਉਦੋਂ ਕੋਈ ਚਿੜੀ ਨਹੀਂ ਚੁੱਕੀ ਸੀ, ਕੋਈ ਵਿਰੋਧ ਨਹੀਂ ਹੋਇਆ ਸੀ, ਕੋਈ ਗੱਲ ਨਹੀਂ ਹੋਈ ਸੀ। ਆਹ ਜਦੋਂ ਵੱਡਾ ਹਮਲਾ ਕੀਤਾ ਨਾ ਜੀ ਮੋਦੀ ਨੇ, ਹਮਲਾ 2 ਪੱਖੋਂ ਸੀ ਇਹ। ਇੱਕ ਤਾਂ ਹਮਲਾ ਸੀ ਫੈਡਰਲ ਢਾਂਚੇ ਤੇ। ਫੈਡਰਲ ਢਾਂਚਾ ਲਗਭਗ ਇਹਨਾਂ ਨੇ ਤਬਾਹ ਕਰਤਾ। ਕਾਂਗਰਸ ਦੀ ਅਗਵਾਈ 'ਚ ਫੈਡਰਲ ਢਾਂਚਾ ਜਿਹੜਾ ਉਹ ਦਰੜਿਆ ਗਿਆ। ਮੋਦੀ ਨੇ ਉਹਦੀ ਰਫ਼ਤਾਰ ਤੇਜ਼ ਕੀਤੀ ਆ। ਉਹਦੇ ਵਿੱਚੋਂ ਸਭ ਤੋਂ ਵੱਡਾ ਆਰਥਿਕਤਾ 'ਚ ਮਸਲਾ ਸੀ ਖੇਤੀ ਦਾ। ਜੇ ਖੁਦਰਾ ਬਾਜ਼ਾਰ ਆਪਾਂ ਸੋਚੀ ਨਾ, ਰਿਟੇਲ ਮਾਰਕੀਟ ਆ 12,000 ਕਰੋੜ ਰੁਪਏ ਤੋਂ ਗਾਹਾਂ 12,000 ਲੱਖ ਕਰੋੜ ਤੱਕ ਦੀ ਆ। ਇਹ ਬਾਜ਼ਾਰ ਸੀ ਇੱਕ ਖੁੱਲਾ। ਹੁਣ ਇਹ ਤੇ ਕਬਜ਼ਾ ਕਰਨ ਦੀ ਗੱਲ ਆ ਮੇਨਲੀ। ਇਹ ਤੇ ਕਬਜ਼ਾ ਕਰਨ ਲਈ ਮੋਦੀ ਨੂੰ ਫਿਰ ਇਹ ਬਿੱਲ ਲਿਆਉਣੇ ਪੈਣੇ ਸੀ, ਜਿਹਦੇ ਵਿੱਚ ਉਹਨੇ ਇੱਕ ਫੈਡਰਲ ਢਾਂਚੇ ਤੇ ਹਮਲਾ ਕੀਤਾ, ਜਿਹੜਾ ਰਾਜਾਂ ਦਾ ਅਧਿਕਾਰ ਸੀ ਉਹ ਤੇ ਹਮਲਾ ਕੀਤਾ। ਦੂਜਾ, ਉਹਨੇ ਮੰਡੀ ਸਿਸਟਮ ਸੀ ਜਿਹੜਾ, ਉਹਨੂੰ ਡਿਲਿਊਟ ਕਰਕੇ ਇੱਕ ਪੈਰਲਲ ਮੰਡੀ ਸਿਸਟਮ ਇੰਟਰੋਡਿਊਸ ਕੀਤਾ, ਜਿਹੜਾ 3 ਬਿੱਲਾਂ ਰਾਹੀਂ ਆ। ਉਹਦਾ ਕੀ ਮਤਲਬ ਹੈ ਵੀ ਜਿਹੜੀਆਂ ਮਾਇਆਧਾਰੀ ਨੇ ਉਹਨਾਂ ਨੂੰ ਮੰਡੀਆਂ 'ਚ ਜਾਣ ਦੀ ਲੋੜ ਨਹੀਂ, ਆੜਤੀਏ ਕਰਨ ਦੀ ਲੋੜ ਨਹੀਂ, ਕਿਤੇ ਦੁਕਾਨਾਂ ਖੋਲਣ ਦੀ ਲੋੜ ਨਹੀਂ। ਪੈਨ ਕਾਰਡ ਦੇ ਆਧਾਰ ਤੇ ਉਹ ਜਿੰਨਾ ਮਰਜ਼ੀ ਅਨਾਜ ਖਰੀਦ ਲੈਣ। ਇਹ ਛੁੱਟੀ ਦੇਤੀ। ਇਸ ਕਰਕੇ ਇੱਕ ਮੰਡੀ ਇੱਕ ਦੇਸ਼, ਉਹ ਸੰਕਲਪ ਆ ਜਿਹੜਾ ਇਹਦੇ ਪਿੱਛੇ ਕੰਮ ਕਰਦਾ। ਜਿਵੇਂ ਇੱਕ ਮੰਡੀ ਇੱਕ ਦੇਸ਼, ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਭਾਸ਼ਾ। ਜਿਵੇਂ ਤਾਕਤਾਂ ਦਾ ਕੇਂਦਰੀਕਰਨ ਲਗਾਤਾਰ, ਭਾਸ਼ਾਵਾਂ ਦੀ ਭਾਵੇਂ ਗੱਲ ਹੋਵੇ, ਹੁਣ ਮੰਡੀ ਦੀ ਕਿਸਾਨੀ ਨੂੰ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਹੈ, ਜਿਹੜੀ ਧਾਰ ਖੁੰਡੀ ਕਰਨ ਦੇ ਲਈ ਤੁਹਾਨੂੰ ਲੱਗਦਾ ਕਿ ਧਾਰ ਖੁੰਡੀ ਹੋਈ ਜਿਹੜਾ ਇਹਨਾਂ ਕਾਨੂੰਨਾਂ ਦੀ, ਜਾਂ ਕਿਵੇਂ ਦੇਖਦੇ ਹੋ? ਹਾਂ, ਇਦੋਂ ਪਹਿਲਾਂ ਆਪਾਂ ਜਿਹੜੀ ਗੱਲ ਚੱਲ ਰਹੀ ਸੀ ਉਹ ਥੋੜੀ ਜਿਹੀ ਪੂਰੀ ਕਰ ਲਈਏ। ਉਹ ਆ ਜਿਹੜਾ ਮਾਇਆਧਾਰੀਆਂ ਨੂੰ ਇਹਨਾਂ ਨੇ ਖੁੱਲ੍ਹ ਦੇਤੀ, ਜਿੱਥੋਂ ਜਿਵੇਂ ਮਰਜ਼ੀ ਖਰੀਦੋ। ਦੂਜਾ, ਕੰਟਰੈਕਟ ਫਾਰਮਿੰਗ ਇਹ ਆ ਵੀ ਜਿਹੋ ਜਿਹੀ ਮਰਜ਼ੀ ਵਜਵਾਓ,
ਵੀ ਕਿਹੜੀ ਚੀਜ਼ ਵੇਚਣੀ ਆ, ਕਿਹੜੇ ਤੁਸੀਂ ਆਲੂ ਕਿਹੜੀ ਕਿਸਮ ਦੇ ਨੇ, ਗੰਢੇ ਕਿਹੜੀ ਕਿਸਮ ਦੇ ਨੇ, ਚਾਵਲ ਕਿਹੜੀ ਕਿਸਮ ਦੇ ਨੇ, ਬਾਸਮਤੀ ਕਿਹੜੀ ਕਿਸਮ ਦੀ ਆ। ਉਹਨਾਂ ਨੂੰ ਖੁੱਲ੍ਹ ਦੇਤੀ ਵੀ ਤੁਸੀਂ ਜਿਹੜੀ ਚੀਜ਼ ਦੀ ਲੋੜ ਆ, ਕਿੱਥੇ ਤੁਹਾਨੂੰ ਲੱਗਦਾ ਵੀ ਕਿਹੜੀ ਚੀਜ਼ ਦੀ ਕਿੱਥੇ ਲੋੜ ਆ, ਕਿੱਥੇ ਹੋ ਸਕਦੀ ਆ, ਉਹ ਕੰਟਰੈਕਟ ਖੇਤੀ ਆ। ਤੀਜਾ ਇਹ ਦੇਤਾ ਉਹਨਾਂ ਨੂੰ ਵੀ ਜਿੰਨੇ ਮਰਜ਼ੀ ਭੰਡਾਰ ਜਮ੍ਹਾਂ ਕਰ ਲਓ, ਤੁਹਾਡੇ ਤੇ ਕੋਈ ਰੋਕ ਨਹੀਂ, ਕਿਉਂਕਿ ਜਦੋਂ ਤੁਸੀਂ ਜਮ੍ਹਾਂ ਕਰੋਗੇ ਉਹਦੇ ਵਿੱਚੋਂ ਕਾਲਾ ਬਾਜ਼ਾਰੀ ਨਿਕਲਣੀ ਆ। ਹੁਣ ਇਹ ਦੋ ਪੱਖੋਂ ਵੱਡਾ ਹਮਲਾ ਹੋ ਗਿਆ। ਇੱਕ ਤਾਂ ਕਿਸਾਨੀ ਤੇ ਹਮਲਾ ਹੋ ਗਿਆ, ਇੱਕ ਫੈਡਰਲ ਢਾਂਚੇ ਤੇ ਹਮਲਾ ਹੋ ਗਿਆ, ਇੱਕ ਤੀਜਾ ਸਾਰੇ ਲੋਕਾਂ ਦੀ ਰਸੋਈ ਤੇ ਹਮਲਾ ਹੋ ਗਿਆ। ਜਿਹੜੇ ਇਸ ਗੱਲ ਨਹੀਂ ਸਮਝ ਰਹੇ ਨਾ ਜੀ, ਇਹ ਕਿਸਾਨਾਂ ਦਾ ਮਸਲਾ ਨਹੀਂ ਹੈ ਸਿਰਫ, ਇਹ ਜਿਹੜੇ ਹਿਸਾਬ ਨਾਲ ਇਹਨੇ ਕੰਟਰੈਕਟ ਖੇਤੀ ਕਰਾਉਣੀ ਆ, ਚੀਜ਼ਾਂ ਖਰੀਦਣੀਆਂ, ਜਮ੍ਹਾਂ ਕਰਨੀਆਂ, ਉਹਦੇ ਨਾਲ ਘਰ ਘਰ ਚ ਰਸੋਈ ਚ ਅੱਗ ਲੱਗਣੀ ਆ। ਜਿਹੜੀਆਂ ਚੀਜ਼ਾਂ ਖਰੀਦਣਗੇ ਫਿਰ ਕੋਲਡ ਸਟੋਰ ਕਰਨਗੇ ਤੇ ਉਹ ਵੇਚਣਗੇ। ਸੋ ਵੱਡਾ ਵਿਆਪਕ ਹਮਲਾ। ਇਹਦੀ ਤਿੱਖਾ ਜਿਹੜੀ ਉਹ ਪੰਜਾਬ 'ਚ ਇਸ ਕਰਕੇ ਹੋਈ ਆ ਕਿਉਂਕਿ ਇੱਥੇ ਹਰੇ ਇਨਕਲਾਬ ਤੋਂ ਬਾਅਦ ਖੇਤੀ ਵਾਲਾ ਕੰਮ ਫਸਿਆ ਪਿਆ। ਜੋ ਜਿਵੇਂ ਚੱਲ ਰਿਹਾ ਉਹਦੇ ਬਾਰੇ ਇਹ ਕਿਹਾ ਜਾ ਰਿਹਾ, ਸੱਚਾਈ ਆ ਕਿ ਉਹਨੇ ਪੰਜਾਬ ਦਾ ਖੂਨ ਨਿਚੋੜ ਲਿਆ, ਪਾਣੀ ਤਬਾਹ ਕਰਤੇ, ਵਾਤਾਵਰਨ ਤਬਾਹ ਕਰਤੇ, ਮਿੱਟੀ ਆ ਜਿਹੜੀ ਉਹ ਸਾਰਾ ਕੁਝ ਹੋ ਗਿਆ। ਪੰਜਾਬ ਦੀ ਲੋੜ ਵੀ ਸੀ ਇਸ ਚੱਕਰ ਵਿਊ ਚੋਂ ਨਿਕਲਣ ਦੀ। ਉਹਨਾਂ ਨੇ ਦੂਜੇ ਪਾਸਿਓਂ ਹਮਲਾ ਕਰਤਾ ਵੀ ਕਿਸਾਨ ਆਪਦੇ ਆਪ ਨਿਕਲਣ, ਖਦਸ਼ੇ ਖੜੇ ਕਰਤੇ ਵੀ ਜੇ ਪੈਰਲ ਮੰਡੀਆਂ ਖੜੀਆਂ ਕਰਤੀਆਂ। ਹੁਣ ਇੱਕ ਵਧੀਆ ਤਰੀਕਾ ਇਹ ਵੀ ਤੁਸੀਂ ਚਲਾਈ ਜਾਓ, ਜਿਵੇਂ ਸਰਕਾਰੀ ਸਕੂਲ ਕਹਿ ਕੇ ਵੀ ਚਲਾ ਲਓ, ਸਰਕਾਰੀ ਕਿਹੜੇ ਕਿਸੇ ਨੇ ਰੋਕਿਆ, ਇੱਕ ਨਾਲ ਪ੍ਰਾਈਵੇਟ ਖੜੇ ਕਰਤੇ। ਪਹਿਲਾਂ ਜਿਹੜਾ ਕੋਈ ਵੀ ਪਬਲਿਕ ਸੈਕਟਰ ਆ ਉਹਨੂੰ ਕਰਪਟ ਕਰੋ, ਬਦਨਾਮ ਕਰੋ, ਮਾੜਾ ਸਾਬਤ ਕਰੋ, ਉਦੋਂ ਬਾਅਦ ਉਹਦੇ ਬਰਾਬਰ ਇੱਕ ਸਿਸਟਮ ਖੜਾ ਕਰ ਦੋ। ਇਹ ਪਾਲਿਸੀ ਨੇ ਕੀਤੀ ਆ। ਸੋ ਜੋ ਪੰਜਾਬ ਵਿਧਾਨ ਸਭਾ ਵਾਲੀ ਗੱਲ ਤੁਸੀਂ ਕੀਤੀ ਆ, ਪੰਜਾਬ ਵਿਧਾਨ ਸਭਾ ਨੇ ਜੋ ਕੀਤਾ ਸਰਬਸੰਮਤੀ ਨਾਲ ਵਧੀਆ ਕੀਤਾ ਕੀ ਆ, ਉਹਨਾਂ ਨੇ ਖੇਤੀ ਤੇ ਜਿਹੜਾ ਫੈਡਰਲ ਤਾਕਤਾਂ ਤੇ ਹਮਲਾ ਹੋਇਆ ਉਹਦਾ ਵਿਰੋਧ ਕੀਤਾ। ਸਮੁੱਚਾ ਫੈਡਰਲ ਸਿਸਟਮ ਆ ਜਿਹੜਾ, ਉਹਦੇ ਨਾਲ ਤਾਂ ਲਗਭਗ ਸਾਰਿਆਂ ਦੀ ਸਹਿਮਤੀ ਹੁੰਦੀ ਆਈ ਆ। ਈਵਨ ਤੁਸੀਂ ਜੰਮੂ ਕਸ਼ਮੀਰ ਨਾਲ ਜੋ ਹੋਇਆ, ਅਕਾਲੀ ਦਲ ਨੇ ਕੀ ਕੀਤਾ, ਉੱਥੇ ਆਮ ਆਦਮੀ ਪਾਰਟੀ ਨੇ ਕੀ ਕੀਤਾ, ਇੱਕ ਸੂਬੇ ਦੀ ਹੋਂਦ ਮਟਾਉਣ ਦੀ ਗੱਲ ਕੀਤੀ। ਜਿਹੜਾ ਮੁੱਖ ਮੰਤਰੀ ਦੂਜੀ ਸਰਕਾਰ ਇਹ ਕਹਿ ਕੇ ਬਣ ਕੇ ਆਇਆ ਸੀ ਵੀ ਦਿੱਲੀ ਨੂੰ ਮੁਕੰਮਲ ਸਟੇਟ ਦਾ ਰੁਤਬਾ ਦੇਣਾ, ਉਹਨੇ ਇੱਕ ਮੁਕੰਮਲ ਸਟੇਟ ਵਿਸ਼ੇਸ਼ ਅਧਿਕਾਰ ਵਾਲੀ ਨੂੰ ਤਬਾਹ ਕਰਨ ਦੇ ਵਿੱਚ ਹਿੱਸਾ ਪਾਇਆ। ਸੋ ਇਸ ਕਰਕੇ ਫੈਡਰਲ ਢਾਂਚੇ ਦੀ ਲੜਾਈ ਉਸ ਰੂਪ 'ਚ ਨਹੀਂ ਹੈ। ਖੇਤੀ ਦੇ ਵਿੱਚ ਜਿਹੜਾ ਫੈਡਰਲ ਤਾਕਤਾਂ ਨੇ ਉਹ ਤੇ ਜਿਹੜਾ ਹਮਲਾ ਕੀਤਾ ਉਹਦੇ ਖਿਲਾਫ ਇਹ ਲੜਾਈ ਆ। ਇਸੇ ਕਰਕੇ ਇਹ ਜਿਹੜੀ ਮੁਲਕ 'ਚ ਬੇਚੈਨੀ ਹੈ, ਵੱਡੀ ਫੈਡਰਲ ਢਾਂਚੇ ਦੀ ਲੋੜ ਆ, ਉਹਦੇ ਵੱਲ ਮੂੰਹਾਂ ਖੋਲਦੀ ਆ, ਜਿਹਨੂੰ ਆਪਾਂ ਕਹਿ ਦਈਏ ਉਭਾਰ ਆ। ਇਹ ਕਿਸਾਨੀ ਅੰਦੋਲਨ ਦੀ ਵੀ ਜਿੱਤ ਆ ਵੀ ਸਾਰੇ ਪੰਜਾਬ ਨੂੰ ਇਕੱਠਾ ਕਰਤਾ, ਉਹਨੂੰ ਨੈਤਿਕ ਵੱਲ ਮਿਲਿਆ। ਚਾਹੇ ਪ੍ਰੈਕਟੀਕਲੀ ਕੋਈ ਮਸਲਾ ਹੱਲ ਨਹੀਂ ਹੋਣਾ, ਕਿਉਂਕਿ ਜਿਹੜੇ ਕੇਂਦਰੀ ਕਾਨੂੰਨ ਆ ਉਹਦੇ ਵਿੱਚ ਉਂਗਲ ਫਸਾਉਣ ਦਾ ਕੰਮ, ਸੁਧਾਰ ਦਾ ਕੰਮ ਆ ਜਿਹੜਾ 254(2) ਰਾਹੀਂ ਕੀਤਾ, ਉਹ ਉਸੇ ਰਾਹ ਜਾਣਾ। ਰਾਜਪਾਲ ਨੇ ਉਹਨੂੰ ਜਿਹੜੇ ਕਹਿੰਦੇ ਰਾਜਪਾਲ ਦਸਤਖਤ ਨਹੀਂ ਕਰੂ, ਰਾਜਪਾਲ ਨੂੰ ਕਰਨੀ ਪੈਣਗੇ, ਇੱਕ ਵਾਰ ਮੋੜ ਸਕਦੇ ਆ। ਹਾਂ, ਰਾਸ਼ਟਰਪਤੀ ਆ ਜਿਹੜਾ ਉਹ ਕੇਂਦਰੀ ਕੈਬਨਿਟ ਦੀ ਸਲਾਹ ਲਊ, ਉਹ ਸਲਾਹ ਕਹੀ ਜੀ ਦਿੰਦੀ ਆ। ਹੋ ਸਕਦਾ ਇਹ ਵੀ ਪੰਜਾਬ 'ਚ ਕਾਨੂੰਨਾਂ ਨੂੰ ਉਸ ਤਰ੍ਹਾਂ ਲਾਗੂ ਕਰਨ 'ਚ ਛੋਟ ਮਿਲੇ, ਪਹਿਲਾਂ ਬਹੁਤ ਸਾਰੇ ਕਾਨੂੰਨਾਂ 'ਚ ਇਹ ਮਿਲੀ ਹੋਈ ਆ। ਇਹ ਕੰਮ ਤਾਂ ਹੈਗਾ ਬੜਾ ਸਵਾਗਤਯੋਗ। ਜਿਹੜੇ ਬਾਕੀ ਗੱਲਾਂ ਕੀਤੀਆਂ ਨੇ ਨਾ ਜੀ, ਉਹ ਹਾਸੇ ਵਾਲੀਆਂ ਕੀਤੀਆਂ ਨੇ। ਜਿਵੇਂ ਕੰਟਰੈਕਟ ਖੇਤੀ ਆ ਜਿਹੜੀ ਕਣਕ ਝੋਨੇ ਦੀ ਕੀਤੀ ਆ, ਤੇ ਉਹ ਤੇ ਕਿਹਾ ਵੀ ਜਿਹੜਾ ਘੱਟ ਖਰੀਦੂ ਉਹਨੂੰ 3 ਸਾਲ ਦੀ ਸਜ਼ਾ, ਜਿਹੜੀ ਗੱਲ ਹੈ ਹੀ ਨਹੀਂ। ਨਾ ਕੋਈ ਇਹ ਖੇਤੀ ਹੋ ਰਹੀ ਆ ਨਾ ਕਰਾਉਣੀ ਆ। ਜਦੋਂ ਸਰਕਾਰ ਕਹਿੰਦੀ ਅਸੀਂ ਦਾਣਾ ਇਹ ਤੋਂ ਖਰੀਦਣਾ, ਇਨਸ਼ੋਰ ਆ ਸੀ, ਇਸ ਕਰਕੇ ਉਹ ਮਸਲਾ ਨਹੀਂ ਬਣਦਾ। ਤੀਜੀ ਗੱਲ ਭੰਡਾਰਨ ਵਾਲੀ ਗੱਲ ਆ ਜਿਹੜੀ ਬੜੀ ਖਤਰਨਾਕ ਆ। ਉਹ ਭੰਡਾਰਨਾ ਜਿਹੜੇ ਉਹਨੇ ਰਸੋਈ 'ਚ ਅੱਗ ਲਾਉਣੀ ਆ। ਜਿਹੜਾ ਦਿੱਲੀ ਵਾਲੇ ਕਹਿੰਦੇ ਆ ਨਾ ਸਾਡੇ ਤੇ ਕੋਈ ਫਰਕ ਨਹੀਂ, ਦਿੱਲੀ ਕੰਜ਼ਿਊਮਰ ਸਟੇਟ ਆ, ਉੱਥੇ ਕਿਹੜੀ ਖੇਤੀ ਹੁੰਦੀ ਆ ਜੀ, 20,000 ਹੈਕਟਰ 'ਚ ਖੇਤੀ ਹੁੰਦੀ ਆ। ਇਸ ਕਰਕੇ ਉਹ ਆ ਜਿਹੜੀ ਉਹ ਸਾਰੇ ਲੋਕਾਂ ਦੀ ਲੜਾਈ ਬਣਦੀ ਆ। ਉੱਥੇ ਇਹਨਾਂ ਨੇ ਇਹ ਕਹਿਤਾ ਵੀ ਜੇ ਕਿਤੇ ਐਮਰਜੈਂਸੀ ਦੀ ਲੋੜ ਪਈ ਤਾਂ ਅਸੀਂ ਇੱਥੇ ਰੋਕ ਲਾ ਸਕਦੇ ਹਾਂ। ਸੋ ਇਸ ਕਰਕੇ ਪ੍ਰੈਕਟੀਕਲੀ ਆ ਜਿਹੜਾ ਉਹਦਾ ਕੋਈ ਵਾਲਾ ਫਰਕ ਨਹੀਂ ਪੈਣਾ, ਕੋਈ ਇਹੋ ਜਿਹੀ ਗੱਲ ਨਹੀਂ ਇਹਨਾਂ ਨੇ ਕੀਤੀ। ਤੇ ਸਿਧਾਂਤਕ ਤੌਰ ਤੇ ਫੈਡਰਲ ਢਾਂਚੇ ਦਾ ਮੁੱਦਾ ਜਿਹੜਾ ਲੋੜ ਆ ਜਿਹੜੀ ਉਹ ਉਭਾਰਤੀ। ਹੁਣ ਦੂਜੀਆਂ ਕਿਉਂਕਿ ਜ਼ਰੂਰੀ ਨਹੀਂ ਜਿਹੜੀ ਤੁਸੀਂ ਵਿਆਖਿਆ ਦਿੰਦੇ ਹੋ, ਅੱਡ ਰਾਜ ਪਾਸ ਕਰਨਗੇ, ਉਹਨਾਂ ਦੀ ਆਪਣੀ ਵਿਆਖਿਆ ਹੋ, ਪੰਜਾਬ ਨਾਲੋਂ ਵੱਖਰੀ ਵੀ ਹੋ ਸਕਦੀ ਆ, ਹੋਰ ਵਧੇਰੇ ਸੀਰੀਅਸ ਵੀ ਹੋ ਸਕਦੀ ਆ। ਜੋ ਇਹ 'ਚ ਘਾਟਾਂ ਹੁਣ ਆ ਰਹੀਆਂ, ਹੋ ਸਕਦਾ ਨਵੀਆਂ ਸਰਕਾਰਾਂ ਜਿਹੜੀਆਂ ਕਰਨਗੀਆਂ ਆਲੋਚਨਾ ਤੋਂ ਬਚਣ ਲਈ ਉਹ ਘਾਟਾਂ ਦੂਰ ਕਰ ਲੈਣ। ਸੋ ਇਸ ਕਰਕੇ ਉਹ ਤਾਂ ਬਹੁਤ ਵਧੀਆ ਸੀ। ਫਿਰ ਹੋਇਆ ਭਾਣਾ ਕੀ ਵਾਪਰਿਆ, ਰਾਜਪਾਲ ਨੂੰ ਇਕੱਠੇ ਨੇ ਮੈਮੋਰੰਡਮ ਦਿੱਤਾ, ਪੁੱਛਿਆ ਗਿਆ ਸ਼ਰਨਜੀਤ ਢਿੱਲੋਂ ਨੂੰ ਤੁਸੀਂ ਕਿਵੇਂ ਨਾਲੋਂ, ਵਿਆਖਿਆ ਦਿੱਤੀ। ਹਰਪਾਲ ਚੀਮਾ ਜਿਹਨੂੰ ਸੀਨੀਅਰ ਵਕੀਲ ਕਹਿੰਦੇ ਨੇ, ਉਹਨੇ ਵਿਆਖਿਆ ਦਿੱਤੀ। ਪਰ 2 ਘੰਟੇ ਬਾਅਦ ਇਹ ਸਾਰੀ ਚੇਂਜ ਹੋ ਗਿਆ। ਕਿਉਂ ਚੇਂਜ ਹੋ ਗਿਆ? ਫਿਰ 2022 ਸਾਹਮਣੇ ਦਿਸਣ ਲੱਗ ਗਈ। ਉਦੋਂ ਤਾਂ ਕਿਸਾਨਾਂ ਦਾ ਦਬਾਅ ਦਿੰਦਾ ਸੀ,
ਪੰਜਾਬ ਦੇ ਹਿੱਤਾਂ ਦੀ ਗੱਲ ਦੀਂਦੀ ਸੀ, ਉਹਦੇ ਨਾਲ ਸਹਿਮਤੀ ਪ੍ਰਗਟ। ਜਿਹੜਾ ਇਹ ਕਹਿੰਦੇ ਸਾਨੂੰ ਸਮਝ ਨਹੀਂ ਆਈ, ਇਹ ਤਾਂ ਹਾਸੋਹੀਣੀ ਗੱਲ ਆ। ਮੈਂ ਕਹਿੰਦਾ ਮੈਂ ਵਿਧਾਨ ਸਭਾ ਨਹੀਂ ਗਿਆ ਜੀ, ਸਾਰੀ ਕਾਰਵਾਈ ਵੀ ਲੀਕ ਨਹੀਂ ਹੋਈ, ਟੈਲੀਵਿਜ਼ਨ ਤੇ ਨਹੀਂ ਪ੍ਰਸਾਰਿਤ ਹੋਈ, ਜਿੰਨੀ ਕੁ ਥੋੜੀ ਥੋੜੀ ਆਉਂਦੇ ਗਈ। 2 ਵਜੇ ਮੈਂ ਟਿੱਪਣੀ ਪਾਤੀ ਸੀ, ਸ਼ਾਇਦ ਤੁਹਾਨੂੰ ਵੀ ਮਿਲੀ ਹੋਵੇ, ਵੀ ਇਹ ਜਿਹੜੇ ਕੈਪਟਨ ਦੇ ਕਾਨੂੰਨ ਨੇ ਢੋਲ ਦਾ ਪੋਲ ਦੇ, ਇਹ ਤਾਂ ਗੱਲ ਹੀ ਨਹੀਂ ਕੋਈ ਕੀਤੀ ਗਈ। ਹੁਣ ਇਹ ਕਹਿੰਦੇ ਸਾਨੂੰ ਉੱਥੇ ਸਮਝ ਨਹੀਂ ਆਈ, ਇਹਨਾਂ ਨੂੰ ਸਮਝ ਆ ਗਈ ਸੀ। ਉੱਥੇ ਸੁਝਾਅ ਵੀ ਇਹਨਾਂ ਨੇ ਦਿੱਤੇ ਹੋਣਗੇ। ਸੁਝਾਅ ਦੇਣ ਤਾਂ ਮਤਲਬ ਜਾਂ ਤਾਂ ਤੁਸੀਂ ਵੱਖਰਾ ਨੋਟ ਲਿਖਾਓ, ਸੁਝਾਅ ਤਾਂ ਤੁਸੀਂ ਸਲਾਹਾਂ ਦਿੰਦੇ ਹੋ, ਮੰਨੇ ਨਾ ਮੰਨੇ ਇਹ ਕਰਕੇ। ਫਿਰ ਜਦੋਂ 2022 ਦਿਖੀ, ਕਿਉਂਕਿ ਕੈਪਟਨ ਸਰਕਾਰ ਨੇ ਪਟਾਕੇ ਵਜਾਉਣੇ ਸ਼ੁਰੂ ਕਰਤੇ ਹੇਠਾਂ, ਜਿਵੇਂ ਬਹੁਤ ਵੱਡੀ ਜਿੱਤ ਹੋ ਗਈ। ਹੁਣ ਜਿੱਤ ਤਾਂ ਕੀ ਹੈ ਇਹ ਤਾਂ ਹਾਲੇ ਪਹਿਲਾ ਸਟੈਪ ਪੱਟਿਆ ਗਿਆ, ਜਿਵੇਂ ਕਹਿੰਦੇ ਆ। ਫਿਰ ਉਹੀ ਹਾਲ ਹੋ ਗਿਆ, 1 ਕਦਮ ਅੱਗੇ 2 ਕਦਮ ਪਿੱਛੇ। ਕੈਪਟਨ ਨੇ 22 ਤੇ ਨਿਸ਼ਾਨਾ ਰੱਖ ਲਿਆ, ਉਸ ਤਰ੍ਹਾਂ ਪ੍ਰਚਾਰ ਸ਼ੁਰੂ ਕਰਤਾ। ਤੇ ਦਿੱਲੀ ਤੋਂ ਝੜਕਾਂ ਪਈਆਂ ਜਦੋਂ ਆਮ ਆਦਮੀ ਪਾਰਟੀ 1 ਘੰਟੇ 'ਚ ਬਦਲ ਗਈ, ਵੀ ਸਾਨੂੰ ਤਾਂ ਸਮਝ ਨਹੀਂ ਆਇਆ। ਤੇ ਦੂਜੇ ਦਿਨ ਬਾਦਲ ਕੇ ਪਿੱਛੇ ਮੋੜਾ ਕੱਟ ਗਏ। ਉਹ ਕਹਿੰਦੇ ਅਸੀਂ ਤਾਂ ਕਿਹਾ ਜੀ, ਉਹ ਐਂ ਕਹਿੰਦੇ ਅਸੀਂ ਤਾਂ ਕਹਿੰਦੇ ਰਹੀ, ਐਂ ਕਰਨਾ ਚਾਹੀਦਾ ਸੀ, ਐਂ ਕਰਨਾ ਚਾਹੀਦਾ। ਉਹ ਗੱਲਾਂ 'ਚ ਬਾਹਲਾ ਦਮ ਨਹੀਂ। ਜਦੋਂ ਤੁਸੀਂ ਸੈਂਟਰਲ ਐਕਟ ਆ, ਜਿਹਨੇ ਸਾਰੇ ਦੇਸ਼ ਨੂੰ ਇੱਕ ਮੰਡੀ ਘੋਸ਼ਿਤ ਕਰਤਾ, ਜਿਹੜਾ ਸਾਂਝੀ ਸੂਚੀ ਦੇ ਵਿੱਚ ਆ, ਉਹਦਾ ਰੌਲਾ ਵੀ ਤੁਸੀਂ ਨਹੀਂ ਕਰ ਸਕਦੇ ਜਦੋਂ ਤੱਕ ਤੁਸੀਂ ਉਹਦੇ ਨਾਲ ਸਿੰਘ ਨਹੀਂ ਫਸਾਉਂਦੇ। ਹੋਰ ਕੋਈ ਵੀ ਤੁਸੀਂ ਕਰ ਲਓਗੇ, ਮੈਨੂੰ ਨਹੀਂ ਲੱਗਦਾ ਉਹ ਬੜਾ ਅਸਰਦਾਇਕ ਰਹੂ। ਸੋ ਇਹ ਇਹਨਾਂ ਦੀ ਸਿਆਸੀ ਸੂਝ ਦਾ ਦਿਵਾਲੀਆਪਣਾ, ਇਹ ਮੌਕਾ ਪ੍ਰਸਤ ਰਾਜਨੀਤੀ ਆ। ਵੀ ਇੱਕ ਪਾਸੇ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ, ਵੀ ਅੱਧੀ ਤੇਰੀਆਂ ਮਲਾਜੇਦਾਰ ਅੱਧੀਆਂ ਗਰੀਬ ਜੱਟ ਦੀ, ਉਹ ਹਾਲ ਇਹਨਾਂ ਦਾ ਹੋਇਆ ਬੁਰੀ ਤਰ੍ਹਾਂ। ਮਤਲਬ ਤੁਸੀਂ ਇਹ ਦੇਖ ਲਿਓ, ਬਾਦਲ ਕੇ ਵਾਲੇ ਰਾਹ ਪੈ ਗਿਆ ਭਗਵੰਤ ਮਾਨ। ਹੁਣ ਇਹ 100 ਛਿੱਤਰ ਵੀ ਖਾਊ, 100 ਗੰਢੇ ਵੀ ਖਾਊ। ਉਹੀ ਗੱਲ ਜੀ, ਸਾਨੂੰ ਧੋਖਾ ਦੇਤਾ, ਸਾਨੂੰ ਗੁੰਮਰਾਹ ਕਰਤਾ। ਭਲੇ ਮਾਨਸੋ, ਤੁਸੀਂ MLA ਹੋ, MP ਹੋ, ਪੜ੍ਹੇ ਲਿਖੇ ਹੋ, ਤੁਸੀਂ 10 ਮਿੰਟ 'ਚੋਂ ਸਾਰਾ ਬਿੱਲ ਪੜ੍ਹਿਆ ਜਾਂਦਾ ਸੀ। ਉਹ ਤਾਂ ਕੀ ਨਹੀਂ ਸਮਝ ਆਉਂਦਾ ਸੀ, ਕਲੀਅਰ ਕੱਟ ਲਿਖਿਆ ਹੋਇਆ, ਸਾਫ਼ ਲਿਖਿਆ ਹੋਇਆ। ਉਦੋਂ ਬਾਅਦ ਜਿਹੜੀਆਂ ਦਲੀਲਾਂ ਦਿੰਦੇ ਨੇ, MSP ਆ ਜਿਹੜੀ, ਉਹ ਪੰਜਾਬ ਸਰਕਾਰ ਜੁਮਾ ਲੈ ਨਹੀਂ ਲੈ ਸਕਦੀ ਜੀ। ਫੂਡ ਸਿਕਿਉਰਿਟੀ ਐਕਟ ਆ, ਕੇਂਦਰ ਸਰਕਾਰ ਨੇ ਬਣਾਇਆ। ਕਾਂਗਰਸ ਕਈ ਐਕਟ ਵਧੀਆ ਬਣਾ ਗਈ ਜਾਂਦੇ ਜਾਂਦੇ, ਰਾਈਟ ਟੂ ਐਜੂਕੇਸ਼ਨ ਕਹਿ ਲਓ ਤੁਸੀਂ, ਮਨਰੇਗਾ ਕਹਿ ਲਓ ਤੁਸੀਂ, ਰਾਈਟ ਟੂ ਇਨਫੋਰਮੇਸ਼ਨ ਕਹਿ ਲਓ। ਆ ਫੂਡ ਸਿਕਿਉਰਿਟੀ ਦਾ ਐਕਟ ਆ ਜਿਹੜਾ, ਉਹ ਵੀ ਵਧੀਆ ਬਣਾ ਗਈ। ਇਹਦੇ ਵਿੱਚ ਕੇਂਦਰ ਸਰਕਾਰ ਨੂੰ ਖਰੀਦ ਕਰਨੀ ਹੀ ਪੈਣੀ ਆ। ਉਹਨਾਂ ਨੇ ਲਗਭਗ 40 ਤੋਂ ਲੈ ਕੇ 80 ਲੱਖ ਮੀਟ੍ਰਿਕ ਟਨ ਅਨਾਜ ਆ ਜਿਹੜਾ, ਉਹਨਾਂ ਨੂੰ ਖਰੀਦਣਾ ਪੈਣਾ। ਕਿਉਂਕਿ ਫੂਡ ਸਿਕਿਉਰਿਟੀ ਐਕਟ ਉਹਨਾਂ ਨੂੰ ਪਾਬੰਦ ਕਰਦਾ ਵੀ ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਆ ਗਰੀਬਾਂ ਤੱਕ ਸਸਤਾ ਅਨਾਜ ਪਹੁੰਚਾਉਣਾ। ਜਨਤਕ ਵੰਡ ਪ੍ਰਣਾਲੀ, ਜਿਹਨੂੰ ਆਪਾਂ PDS ਕਹਿ ਸਕਦੇ ਆ। ਇਸ ਕਰਕੇ ਸਰਕਾਰੀ ਖਰੀਦ ਤਾਂ ਬੰਦ ਹੋ ਹੀ ਨਹੀਂ ਸਕਣੀ। ਇਹ ਤਾਂ ਹੋ ਸਕਦਾ ਵੀ ਕਿਤੋਂ ਘੱਟ ਖਰੀਦ ਲੈਣ, ਕਿਤੋਂ ਵੱਧ ਖਰੀਦ ਲੈਣ, ਕਿਤੋਂ ਜਿਵੇਂ ਹੁਣ ਪੰਜਾਬ ਤੇ ਹਰਿਆਣੇ ਖਾਤਰ ਬਲੈਂਕਟ ਆ, ਦਾਣਾ ਦਾਣਾ ਖਰੀਦਾਂਗਾ। ਹੋ ਸਕਦਾ ਇਹਦੀ ਲਿਮਿਟੇਸ਼ਨ ਲਾ ਦੇਣ ਕੁਛ ਵੀ, ਬਾਕੀ ਦੇਸ਼ ਚੋਂ ਵੀ ਖਰੀਦਣੀ ਆ। ਅੱਜ ਸਾਰੇ ਮੁਲਕ ਦੇ ਵਿੱਚ ਝੋਨਾ ਤੇ ਕਣਕ ਬਾਈ ਜੀ 1100, 1200, 1300 ਰੁਪਏ ਕੁਇੰਟਲ ਵਿਕ ਰਿਹਾ, ਤੇ ਪੰਜਾਬ ਦੀਆਂ ਮੰਡੀਆਂ ਜਾ ਕੇ 1800 ਵਿਕ ਰਿਹਾ। ਕਿੱਡਾ ਵੱਡਾ ਇਹ ਵੀ ਮਾਫੀਆ ਸਕੈਂਡਲ ਆ। ਲੁੱਟ ਹੋ ਰਹੀ ਹੈ ਇੱਥੇ ਆ ਕੇ। ਆੜਤੀਏ ਵੀ ਸ਼ਾਮਲ ਨੇ ਉਹ 'ਚ, ਮੰਡੀ ਦੇ ਅਧਿਕਾਰੀ ਵੀ ਸ਼ਾਮਲ ਨੇ, ਮੰਤਰੀ ਵੀ ਸ਼ਾਮਲ ਆ, ਮੁੱਖ ਮੰਤਰੀ ਦੀ ਸਰਪ੍ਰਸਤੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜਾ ਮਸਲਾ ਨਾ ਜੀ, ਇਹਨੂੰ ਗੰਭੀਰਤਾ ਨਾਲ ਲੈਣ, ਸਮਝਣ ਤੇ ਸੋਚਣ ਦੀ ਲੋੜ ਆ। ਉੱਥੇ ਜੇ ਤੁਸੀਂ ਉਸ ਤਰ੍ਹਾਂ ਨਹੀਂ ਸੋਚੋਗੇ, ਫਿਰ ਇਹ ਮੌਕਾ ਪ੍ਰਸਤ ਵਾਲੀਆਂ ਗੱਲਾਂ ਸਾਹਮਣੇ ਆਉਣਗੀਆਂ। ਇੱਕ ਪਾਸੇ ਜਿਵੇਂ ਸਾਡੇ ਸਿਆਸਤਦਾਨ ਕਹਿੰਦੇ ਕਿ ਮੈਂ ਵੀ ਕਿਸਾਨ ਆ, ਕਿਸਾਨ ਦਾ ਪੁੱਤ ਹਾਂ, ਅਸੀਂ ਤਾਂ ਕਿਸਾਨਾਂ ਦਾ ਦਰਦ ਸਮਝਿਆ, ਅਸੀਂ ਸਰਵਸੰਮਤੀ ਦੇ ਦਿੱਤੀ। ਉਦੋਂ ਬਾਅਦ ਚੋਂ ਕਿਸਾਨ ਕਿਉਂ ਇਹਨਾਂ ਨੂੰ ਵੋਟ ਬੈਂਕ ਦੇ ਰੂਪ 'ਚ ਨਜ਼ਰ ਆਉਣ ਲੱਗ ਪਿਆ? ਦੇਖੋ ਜੀ, ਕਿਸਾਨ ਦਾ ਪੁੱਤ ਹੋਣਾ, ਕਿਸਾਨ ਜਿਹੜੇ ਤੁਹਾਨੂੰ ਲੱਗਦਾ ਕਾਨੂੰਨ ਬਣਾ ਰਹੇ ਨੇ, ਉਹਨਾਂ 'ਚ ਕੋਈ ਕਿਸਾਨ ਦਾ ਪੁੱਤ ਨਹੀਂ। ਜੋ ਸਿੱਖਾਂ ਤੇ ਐਡਾ ਜ਼ੁਲਮ ਹੋਇਆ ਪਿਛਲੇ 3 ਦਹਾਕਿਆਂ 'ਚ, ਉਹ ਸਿੱਖਾਂ ਨੇ ਨਹੀਂ ਕੀਤਾ। ਉਹ ਸਿੱਖਾਂ ਦੇ ਪੁੱਤ ਨਹੀਂ ਸੀ ਪੁਲਿਸ ਵਾਲੇ ਤੇ ਫੌਜ ਵਾਲੇ। ਇਹ ਕੋਈ ਦਲੀਲ ਨਹੀਂ। ਗੱਲ ਤਾਂ ਇਹ ਹੈ ਵੀ ਤੁਹਾਡੀ ਨੀਤੀ ਪਾਲਿਸੀ ਹੈ ਜਿਹੜੀ, ਉਹ ਕਿੰਨੀ ਕੁ ਕਿਸਾਨਾਂ ਦੇ ਹੱਕ ਦੇ ਵਿੱਚ ਆ। ਇੱਥੋਂ ਆ ਕੇ ਨਤਾਰਾ ਹੋਣਾ ਹੁੰਦਾ, ਇੱਥੋਂ ਆ ਕੇ ਛਿੜਕਦੇ ਨੇ। ਪਰ ਦੇਖੋ, ਇਹ ਤਾਂ ਚੁੱਪੇ ਵੱਟੀ ਬੈਠੇ ਸੀ ਨਾ। ਬਾਦਲ ਕੇ 3 ਮਹੀਨੇ ਵਕਾਲਤ ਕਰਦੇ ਰਹੇ ਵੀ ਆ ਇਹ ਤੁਹਾਡੇ ਫਾਇਦੇ 'ਚ ਕਿਵੇਂ ਨੇ ਜੀ, ਆਹ ਕਿਵੇਂ ਆ, ਆਹ ਕਿਵੇਂ ਆ, ਆਹ ਕਿਵੇਂ ਆ। ਅਚਾਨਕ ਮੋੜਾ ਕੱਟ ਕੇ ਹੁਣ ਐਂ ਕਹਿੰਦੇ ਨੇ ਵੀ ਇਹ ਕੈਪਟਨ ਤੇ ਮੋਦੀ ਰਲ ਗਏ ਜੀ। ਦੂਜੇ ਪਾਸੇ ਇਹ ਵੀ ਕਹਿੰਦੇ ਨੇ ਇੱਥੇ ਤਾਂ 3 ਸਾਲ ਦਾ ਮੋਦੀ ਦੀ ਰਾਜ ਆ। ਮਜੀਠੀ ਦੀ ਪ੍ਰੈਸ ਕਾਨਫਰੰਸ 'ਚ ਜੇ ਮੋਦੀ ਦਾ ਰਾਜ ਆ, ਫਿਰ ਇਹਦਾ ਮਤਲਬ ਲੋਕਾਂ ਦੀ ਗੱਲ ਸਹੀ ਆ। ਤੁਸੀਂ ਮੋਦੀ ਨਾਲ ਸੀ, ਤੁਸੀਂ ਕੈਪਟਨ ਨਾਲ ਦੋਹੇ ਮਿਲੇ ਸੀ, ਹੁਣ ਤੱਕ ਤੁਹਾਡਾ ਰਾਜ ਚੱਲਦਾ ਸੀ, ਹੁਣ ਤੁਸੀਂ ਅੱਡ ਹੋ ਗਏ, ਚਲੋ ਹੁਣ ਤੁਸੀਂ ਇਹ ਗੱਲਾਂ ਕਰਨ ਲੱਗ ਗਏ। ਬਿਲਕੁਲ। ਮਾਲੀ ਸਾਹਿਬ, ਪੰਜਾਬ ਦੇ ਬਹੁਤ ਸਾਰੇ ਚਿੰਤਕ ਇਹ ਵੀ ਫਿਕਰ ਜਤਾ ਰਹੇ ਨੇ ਕਿ ਇੱਥੇ ਜਿਹੜੀਆਂ ਸਥਿਤੀਆਂ ਬਣ ਰਹੀਆਂ, ਉਹ ਐਮਰਜੈਂਸੀ ਵਰਗੀਆਂ ਬਣ ਰਹੀਆਂ ਨੇ। ਜਿਵੇਂ ਅੱਜ ਨਵਾਂ ਸ਼ਹਿਰ ਦੇ ਵਿੱਚ ਜੋ ਝੜਪ ਹੋਈ, ਉਦੋਂ ਬਾਅਦ 'ਚ ਸੁਰਖੀਆਂ ਬਦਲਦੀਆਂ ਨਜ਼ਰ ਆ ਰਹੀਆਂ ਨੇ, ਖਬਰਾਂ ਦੀਆਂ ਵੀ, ਅਖਬਾਰਾਂ ਦੀਆਂ ਵੀ। ਤੁਹਾਨੂੰ ਕਿਵੇਂ ਲੱਗਦਾ ਕਿ ਜੋ ਹਾਲਾਤ ਲਗਾਤਾਰ ਪੰਜਾਬ 'ਚ ਬਣ ਰਹੇ, ਕੀ ਕਿਸਾਨੀ ਰਾਹੀਂ ਫਿਰ ਐਮਰਜੈਂਸੀ ਵੱਲ ਨੂੰ ਜਾ ਰਹੇ ਹਾਂ ਆਪਾਂ? ਨਹੀਂ, ਦੇਖੋ
ਇੱਕ ਤਾਂ ਦੇਖੋ ਮਿਸਾਲ ਮੰਨਣੀ ਪਊ। ਕਿਸਾਨੀ ਨੇ ਹੁਣ ਤੱਕ ਦੇਖੋ ਰੇਲਵੇ ਟਰੈਕ ਰੋਕੇ ਨੇ, ਪੈਟਰੋਲ ਪੰਪ ਰੋਕੇ ਨੇ, ਕਿਤੇ ਚਿੜੀ ਨਹੀਂ ਫੜਕੀ, ਕੋਈ ਇਹੋ ਜਿਹੀ ਘਟਨਾ ਸਾਹਮਣੇ ਨਹੀਂ ਆਈ। ਹੁਣ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਜੀ, ਇਹ ਹੁਣ ਕਿਸਾਨਾਂ ਦੇ ਤਪਦੇ ਤੰਦੂਰ ਤੇ ਨਾ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਚਾਹੁੰਦੇ ਆ। ਹੁਣ ਭਾਰਤੀ ਜਨਤਾ ਪਾਰਟੀ ਆ, ਉਹਦੀ ਗੱਲ ਨਹੀਂ ਸੁਣ ਰਹੇ ਕਿਸਾਨ, ਪੰਜਾਬੀ ਗੱਲ ਨਹੀਂ ਸੁਣ ਰਹੇ। ਉਹਨੇ ਦਲਿਤ ਪੱਤਾ ਖੇਡਣਾ ਸ਼ੁਰੂ ਕਰਤਾ। ਉਹਨੇ ਉਹ ਫਿਰੋਜ਼ਪੁਰ ਜਦੋਂ ਹੋਇਆ ਸੀ ਇੱਕ ਦਲਿਤ ਨਾਲ, ਹਾਲਾਂਕਿ ਜੋ ਕੁਝ ਦਲਿਤਾਂ ਨਾਲ ਯੂਪੀ 'ਚ ਹੋ ਰਿਹਾ ਉਹ ਲੂ ਕੰਡੇ ਖੜੇ ਕਰਨ ਵਾਲਾ, ਇਹ 'ਚ ਕੋਈ ਸਾਰੀ ਦੁਨੀਆ ਦੇਖ ਰਹੀ ਆ, ਪਰ ਉਹ ਫਿਰੋਜ਼ਪੁਰ ਦੀ ਘਟਨਾ ਨੇ ਇਸ਼ੂ ਬਣਾਇਆ। ਹੁਣ ਦਲਿਤ ਵਿਦਿਆਰਥੀਆਂ ਦੇ ਜਿਹੜਾ ਪੋਸਟ ਮੈਸਟਰ ਸਕਾਲਰਸ਼ਿਪ ਦੀ ਗੱਲ ਆ, ਹੁਣ ਉਹਨੂੰ ਇਸ਼ੂ ਬਣਾ ਰਿਹਾ। ਹੁਣ ਜਦੋਂ ਇਹ ਹੋਰ ਬਹਾਨਾ ਲੈ ਕੇ ਉੱਥੇ ਆ ਰਿਹਾ, ਕਿਸਾਨਾਂ ਦੀ ਗੱਲ ਇਹ ਹੈ ਵੀ ਪਹਿਲਾਂ ਸਾਡੇ ਮਸਲੇ ਕਲੀਅਰ ਕਰੋ, ਫਿਰ ਅਸੀਂ ਤੁਹਾਨੂੰ ਇਹ ਵੜਨ ਦੇਵਾਂਗੇ। ਇਹਦੇ ਵਿੱਚੋਂ ਟਕਰਾਅ ਸਿਆਸੀ ਪਾਰਟੀਆਂ ਪੈਦਾ ਕਰ ਰਹੀਆਂ, ਕਿਸਾਨ ਅੰਦੋਲਨ ਨਹੀਂ ਪੈਦਾ ਕਰ ਰਿਹਾ। ਤੇ ਕੋਈ ਐਮਰਜੈਂਸੀ ਦੀ ਸੰਭਾਵਨਾ ਨਹੀਂ। ਮੈਂ ਤਾਂ ਉਦੋਂ ਹੀ ਕਹਿ ਰਿਹਾ, ਇਹ ਇੱਕ ਹਾਈਪ ਕ੍ਰੀਏਟ ਕੀਤੀ ਜਾਂਦੀ ਆ। ਉਹਦੇ ਵਿੱਚੋਂ ਫਿਰ ਜਿਹੜਾ ਪਾਣੀਆਂ ਦਾ ਰਾਖਾ ਕੈਪਟਨ ਅਮਰਿੰਦਰ ਸਿੰਘ, ਉਹਨੂੰ ਹੁਣ ਖੇਤਾਂ ਦਾ ਰਾਖਾ ਬਣਾਉਣਾ ਸੀ ਨਾ। ਇਸ ਕਰਕੇ ਕੋਈ ਰਾਸ਼ਟਰਪਤੀ ਰਾਜ ਦੀ ਸੰਭਾਵਨਾ ਨਹੀਂ, ਕੋਈ ਐਮਰਜੈਂਸੀ ਦੀ ਸੰਭਾਵਨਾ ਨਹੀਂ। ਇੱਕ ਹਾਈਪ ਕ੍ਰੀਏਟ ਕੀਤੀ ਆ ਉਹਨੇ, ਪਰ ਕੈਪਟਨ ਦਾ ਪੈਂਤੜ ਉਹੀ ਆ ਜਿਵੇਂ ਪਾਣੀਆਂ ਵਾਲਾ ਸੀ ਨਾ ਜੀ। ਪਾਣੀਆਂ ਵਾਲਾ ਨੇ, ਪਾਣੀਆਂ ਦਾ ਮਾਲਕ ਪੰਜਾਬ ਆ, ਇਹ ਤੇ ਲਕੀਰ ਕੱਢ ਕੇ ਸਿੱਧੀ ਗੱਲ ਕਹਿਤੀ, ਨਾਲ ਧਾਰਾ 5 ਪਾਤੀ ਵੀ ਪਰ ਜੋ ਚੱਲ ਰਿਹਾ ਸਿਸਟਮ ਅਸੀਂ ਇਹਨੂੰ ਨਹੀਂ ਛੇੜਾਂਗੇ। ਐਂ ਹੁਣ ਕੀਤਾ। ਜਿਹੜਾ ਫੈਡਰਲ ਢਾਂਚੇ ਤੇ ਹਮਲਾ ਪੰਜਾਬ ਦੇ ਹੱਕਾਂ ਤੇ, ਉੱਥੇ ਪੂਰਾ ਸਹੀ ਪੈਂਤੜਾ ਲੈ ਲਿਆ, ਪਰ ਪ੍ਰੈਕਟੀਕਲੀ ਆ ਜਿਹੜਾ ਉਹ ਕੋਈ ਇਹੋ ਜਿਹਾ ਸਟੈਪ ਨਹੀਂ ਚੱਕਿਆ ਵੀ ਟਕਰਾਅ ਵਾਲਾ ਜਾਂ ਵਿਘਨ ਵਾਲਾ ਪਵੇ। ਇਹ ਠੀਕ ਹੈ, ਇਹਨਾਂ ਗੱਲਾਂ ਦੇ ਲੌਂਗ ਰਨ 'ਚ ਫਾਇਦੇ ਹੁੰਦੇ ਆ। ਪੰਜਾਬ ਅਸੈਂਬਲੀ ਆ 2 ਵਾਰ ਮਤਾ ਪਾਸ ਕੀਤਾ ਉਸ ਕਰਕੇ ਵੀ ਦੂਜੇ ਰਾਜਾਂ ਤੋਂ ਅਸੀਂ ਪੈਸੇ ਵਸੂਲੋ। ਚਲੋ ਕਰਦੇ ਆ ਨੇ, ਗਾਹਾਂ ਨਹੀਂ ਕਰਦੇ। ਬਾਦਲ ਸਾਹਿਬ ਨੇ ਕਿਹਾ ਜਦੋਂ ਮੁੜ ਕੇ 7 'ਚ ਸਰਕਾਰ ਆਈ ਆ ਨਾ ਜੀ ਉਹਨਾਂ ਦੀ, ਵੀ ਆਨੰਦਪੁਰ ਦੀ ਧਰਤੀ ਤੇ ਕਿਹਾ ਸਭ ਤੋਂ ਪਹਿਲਾ ਕੰਮ ਹੋ ਧਾਰਾ 5 ਨੂੰ ਖਤਮ ਕਰਨਾ। 10 ਸਾਲ ਉਹ ਤੋਂ ਪੜਦਾ ਨਹੀਂ ਚੱਕਿਆ। ਸੋ ਇਹ ਮੌਕਾ ਪ੍ਰਸਤ ਖੇਡ ਰੀਅਲ ਅਸਲ ਦੇ ਵਿੱਚ ਜੋ ਮੁਲਕ ਦੀ ਸਮੱਸਿਆ ਨਾ ਜੀ, ਤਾਕਤਾਂ ਦਾ ਕੇਂਦਰੀਕਰਨ, ਉਹਦੇ ਟੈਕਸ ਇਹ ਨਹੀਂ ਲਾ ਸਕਦੇ। ਮਤਲਬ ਜ਼ਿੰਮੇਵਾਰੀ ਮੰਗ ਤੇ ਬਣਾਤੀ ਨਾ ਜੀ। ਜਦੋਂ GST ਲੱਗੀ ਆ, ਮੇਰੇ ਯਾਦ ਆ ਮਨਪ੍ਰੀਤ ਬਾਦਲ ਵੇਲੇ ਵੀ ਇਹ ਖਜ਼ਾਨਾ ਮੰਤਰੀ, ਹੁਣ ਵੀ ਖਜ਼ਾਨਾ ਮੰਤਰੀ, ਇਹ ਕਹਿੰਦੇ ਇਹਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋ। ਕੱਲਾ ਨਵਜੋਤ ਸਿੰਘ ਸਿੱਧੂ ਸੀ ਜਿਹਨੇ ਕਿਹਾ ਸੀ ਉਹ ਮੰਗ ਤੇ ਬਣਾ ਦੂ ਇਹ ਰਾਜਾਂ ਨੂੰ, GST ਹੈ ਜਿਹੜਾ ਮੰਗ ਤੇ। ਨਵਜੋਤ ਸਿੰਘ ਸਿੱਧੂ ਸਹੀ ਸਾਬਤ ਹੋਇਆ, ਇਹ ਸਾਰੇ ਗਲਤ ਸਾਬਤ ਹੋ ਗਏ। ਸੋ ਇਸ ਕਰਕੇ ਇਹਨਾਂ ਨੂੰ ਸਮਝ ਬਣਾਉਣ ਦੀ ਲੋੜ ਆ ਵੀ ਤਾਕਤਾਂ ਦੇ ਵਿਕੇਂਦਰੀਕਰਨ ਦੀ ਲੋੜ ਆ। ਰਾਜਾਂ ਤੋਂ ਅਧਿਕਾਰ ਖੋਹੇ ਬਹੁਤ ਗਏ, ਹੁਣ ਤਾਂ ਰਹਿ ਕੇ ਈਵਨ ਜਦੋਂ ਬਾਹਰ ਆਇਆ ਕੈਪਟਨ, ਰਾਜਪਾਲ ਦੇ ਮੈਮੋਰੰਡਮ ਦੇ ਕੇ ਉਹਨੂੰ ਸਵਾਲ ਪੁੱਛਿਆ, ਕਹਿੰਦਾ ਕਿਹੜਾ ਫੈਡਰਲਿਜ਼ਮ? ਫੈਡਰਲਿਜ਼ਮ ਆਲਰੇਡੀ ਖਤਮ ਹੋ ਚੁੱਕਿਆ, ਕਹਿੰਦਾ ਹੈ ਹੀ ਨਹੀਂ ਫੈਡਰਲਿਜ਼ਮ ਇੱਥੇ। ਜੇ ਨਹੀਂ ਰਿਹਾ ਉਹਦੇ ਨੁਕਸਾਨਾਂ ਨੇ, ਫਿਰ ਫੈਡਰਲਿਜ਼ਮ ਦੀ ਲੜਾਈ ਲੜੋ ਨਾ ਜੀ, ਉਧਰਲੇ ਪਾਸੇ ਨੂੰ ਤੁਰੋ ਨਾ ਜੀ। ਇਹ ਕੱਲਾ ਇਸ ਮਾਮਲੇ ਤੇ ਸਟੈਪ ਲੈ ਕੇ ਬਾਕੀ ਗੱਲਾਂ ਛੱਡ ਦੋ। ਸਿੱਖਿਆ ਜੀ 1976 ਚ ਐਮਰਜੈਂਸੀ ਮੌਕੇ ਆ, ਇੰਦਰਾ ਗਾਂਧੀ ਨੇ ਸਿੱਖਿਆ ਖੋਲੀ ਰਾਜਾਂ ਤੋਂ। ਇੰਦਰਾ ਗਾਂਧੀ ਉਲਟਾਤੀ ਪਰ ਉਹ ਫੈਸਲਾ ਨਹੀਂ ਬਦਲਿਆ। ਜੋ ਕਾਂਗਰਸ ਨੇ ਫੈਸਲੇ ਕੀਤੇ ਨੇ ਉਹ ਭਾਜਪਾ ਨੇ ਨਹੀਂ ਬਦਲਿਆ ਕੋਈ। ਜੋ ਅਕਾਲੀਆਂ ਨੇ ਫੈਸਲੇ ਕੀਤੇ ਨੇ, ਕਾਂਗਰਸ ਨੇ ਕੀਤੇ ਨੇ, ਇੱਕ ਦੂਜੇ ਦੇ ਫੈਸਲੇ ਨਹੀਂ ਕਿਸੇ ਨੇ ਬਦਲੇ। ਇਸੇ ਤਰ੍ਹਾਂ ਹੁਣ ਵੀ ਜਿਹੜੀ ਨਵੀਂ ਸਰਕਾਰ ਆਈ ਆ, ਫੈਸਲੇ ਨਹੀਂ ਕਿਸੇ ਨੇ ਬਦਲਨੇ, ਕਿਉਂਕਿ ਬੁਨਿਆਦੀ ਤੌਰ ਤੇ ਇਹਨਾਂ ਦੀ ਨੀਤੀਆਂ ਪਾਲਸੀਆਂ ਇੱਕ ਨੇ, ਫੈਡਰਲਿਜ਼ਮ ਵਾਲੀਆਂ ਹੈ ਨਹੀਂ। ਹੁਣ ਇਹ ਕਹਿੰਦੇ ਆ ਜੀ ਧੱਕਾ ਕੀਤਾ ਜੀ ਉੱਥੇ ਲੋਕ ਸਭਾ 'ਚ। ਭਗਵੰਤ ਮਾਨ ਨੂੰ ਤਾਂ ਇਹੀ ਨਹੀਂ ਪਤਾ ਵੀ ਵੋਟਾਂ 2 ਤਰੀਕਿਆਂ ਨਾਲ ਪੈਂਦੀਆਂ ਹੁੰਦੀਆਂ ਨੇ, ਮੂੰਹ ਜ਼ਬਾਨੀ ਪੈਂਦੀਆਂ ਹੁੰਦੀਆਂ ਨੇ, ਇੱਕ ਦੂਜੇ ਲੋਟ ਪੈ, ਉਹ ਤਾਂ ਕਹਿੰਦੇ ਵੋਟ ਹੀ ਨਹੀਂ ਪਈ ਜੀ ਸਾਨੂੰ। ਹੁਣ ਕਹਿੰਦੇ ਨੇ ਧੱਕਾ ਕੀਤਾ, ਉਹਨਾਂ ਨੇ ਕੀਤਾ, ਪਰ ਅਸਲ ਬੁਨਿਆਦ ਕਿੱਥੇ ਪਈ ਆ? ਵੀ ਕਹਿ ਤਾਂ ਦਿੱਤਾ ਇੰਡੀਆ ਇਜ਼ ਏ ਯੂਨੀਅਨ ਆਫ ਸਟੇਟਸ। ਇੰਡੀਆ ਆਪਣੇ ਆਪ 'ਚ ਕੋਈ ਉਸ ਤਰ੍ਹਾਂ ਦੀ ਆਇਡੈਂਟੀਟੀ ਨਹੀਂ, ਜੋਗ੍ਰਾਫੀਕਲ ਭੂਗੋਲਿਕ ਖਿੱਤਾ ਜਿਹਦੇ ਵਿੱਚ ਇਹ ਨਹੀਂ ਵੀ ਕਿ ਇੰਡੀਆ ਇੱਕ ਸੀ, ਉਹਨੇ ਅੱਡ ਅੱਡ ਰਾਜ ਬਣਤੇ। ਏਕਤਾ 'ਚ ਅਨੇਕਤਾ, ਇਹ ਅਨੇਕਤਾ ਇਕੱਠੇ ਕਰਕੇ ਦੇਸ਼ ਬਣਿਆ ਹੋਇਆ ਇਹ। ਜਦੋਂ ਤੱਕ ਤੁਸੀਂ ਫੈਡਰਲ ਢਾਂਚੇ ਦੀ ਅਪਰੋਚ ਨਹੀਂ ਬਣਾਉਂਦੇ ਸਾਰੀਆਂ ਗੱਲਾਂ ਬਾਰੇ, ਕਿਉਂਕਿ ਸੰਸਦ ਦੀ ਬਣਤਰ ਫੈਡਰਲ ਢਾਂਚੇ ਅਨੁਸਾਰ ਨਹੀਂ, ਯੂਨਿਟਰੀ ਸਿਸਟਮ ਅਨੁਸਾਰ ਆ। ਰਾਜ ਸਭਾ ਦੀ ਮਾੜੀ ਮੋਟੀ ਹੈਗੀ ਸੀ ਉਹ, ਕਿਉਂਕਿ ਜਦੋਂ ਕਾਂਗਰਸ ਹਾਰਨ ਲੱਗ ਗਈ, ਖੇਤਰੀ ਪਾਰਟੀ ਉੱਭਰ ਆਈਆਂ, ਹਾਰੇ ਹੋਏ ਲੀਡਰਾਂ ਨੂੰ ਲਿਆਉਣਾ ਸੀ ਅੱਡ ਅੱਡ ਰਾਜਾਂ 'ਚੋਂ। ਉਹ ਨਿਯਮ ਸੀ ਜਿਹੜਾ ਵੀ ਪੰਜਾਬ ਤੋਂ ਚੁਣਿਆ ਹੋਇਆ ਰਾਜ ਸਭਾ ਮੈਂਬਰ ਪੰਜਾਬ ਦਾ ਵੀ ਹੋਣਾ ਚਾਹੀਦਾ, ਬਾਹਰਲਾ ਉਹ ਵੀ ਇਹਨਾਂ ਨੇ ਹਟਾਤਾ। ਮਨਮੋਹਨ ਸਿੰਘ ਅਸਾਮ ਤੋਂ ਚੁਣ ਕੇ ਆ ਜਾਂਦਾ, ਕੋਈ ਕਿਤੋਂ ਹੋਰ ਚੁਣ ਕੇ, ਜਿਹੜਾ ਮਾੜਾ ਮੋਟਾ ਉਹਦੇ ਵਿੱਚ ਵੀ ਉਹ ਅੰਸ਼ ਸੀ ਉਹ ਖਤਮ ਕਰਤਾ। ਦੂਜੀ ਜੋ ਪਾਰਲੀਮੈਂਟ ਇੱਕ ਮਰਿਆਦਾ ਸੀ ਵਿਚਾਰ ਕਰਨ ਦੀ, ਉਹ ਕਰਨ ਦੀ, ਉਹ ਜਿਉਂ-ਜਿਉਂ ਤਾਕਤ ਆਈ ਗਈ ਕਿਸੇ ਇੱਕ ਪਾਰਟੀ ਦੇ ਹੱਥ, ਫਿਰ ਪਾਰਟੀ ਦੇ ਵਿੱਚੋਂ ਵੀ ਬੰਦੇ ਦੇ ਹੱਥ 'ਚ ਉਹਦਾ ਹੁਕਮ ਆ ਵੀ ਨਹੀਂ ਚੱਕ ਦੋ ਫੱਟੇ। ਜਾਣੀ ਉਹ ਲੋਕਤੰਤਰੀ ਮਰਿਆਦਾ ਜਿਹੜੀ ਬਹਿਸ ਵਿਚਾਰ ਚਰਚਾ ਕਰਨ ਦੀ, ਖੁੱਲਾ ਮੌਕਾ ਦੇਣ ਦੀ। ਕਦੇ ਕੋਵਿਡ ਦਾ ਬਹਾਨਾ ਤਾਂ ਮੋਦੀ ਕਹਿੰਦਾ ਸੀ ਨਾ, ਵਿਪਤਾ ਨੂੰ ਮੌਕਾ ਵੀ ਬਣਾਇਆ ਜਾ ਸਕਦਾ। ਬਸ ਉਹਨੇ ਜਿਹੜੀ ਵਿਪਤਾ ਸੀ ਕੋਵਿਡ ਦੀ,
ਉਹਨੂੰ ਮੌਕੇ 'ਚ ਬਦਲ ਲਿਆ ਹੂੰ, ਤੇ ਸਾਰੀ ਤਾਕਤ ਹੋਰ ਆਪਣੇ ਹੱਥਾਂ 'ਚ ਕੇਂਦਰਿਤ ਕਰਨ ਦੀ ਗੱਲ ਕਰ ਲਈ ਹੂੰ। ਤੇ ਸਾਰੇ ਲੋਕ ਖਾਣ ਕੀ ਪੀਣ ਕੀ ਖੇਤੀ ਕੀ ਹੋਵੇ ਕਿਵੇਂ ਹੋਵੇ ਸਾਰੀ ਕਾਸੇ ਦੀ ਕਬਜ਼ਾ ਕਰ ਲਿਆ ਜੀ ਉਹਦੀ। ਬਿਲਕੁਲ ਸਾਰੇ ਕਾਸੇ ਤੇ ਕਬਜ਼ਾ ਕਰ ਲਿਆ। ਮਾਲੀ ਸਾਹਿਬ ਜਾਂਦੇ ਜਾਂਦੇ ਦੋ ਸ਼ਖਸੀਅਤਾਂ ਬਾਰੇ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਹੋਰਾਂ ਬਾਰੇ ਜੋ ਵਿਧਾਨ ਸਭਾ 'ਚ ਉਹਨਾਂ ਦਾ ਰਿਹਾ ਹੈਗਾ ਕੰਮ। ਦੂਜੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਬਾਬਾ ਬੋੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਕਿਸਾਨਾਂ ਦੇ ਆਗੂ ਵੀ ਕਿਹਾ ਜਾਂਦਾ ਰਿਹਾ, ਪਰ ਇਸ ਪੂਰੇ ਮਾਮਲੇ 'ਚ ਗਾਇਬ ਹੈ, ਕੋਈ ਚੰਗਾ ਸਟੈਂਡ ਨਹੀਂ ਆਇਆ ਜਾਂ ਕੋਈ ਬਿਆਨ ਇਹੋ ਜਿਹਾ। ਇਹ ਤਾਂ ਜਿਵੇਂ ਐ ਕਹਿੰਦੇ ਹੁੰਦੇ ਆ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਸੀ ਵੀ ਜਦੋਂ ਰਾਜੇ ਦੇ ਮੁੰਡੇ ਨੇ ਰਾਜ ਸਾਂਭਿਆ ਨਾ ਉਹਨੇ ਆਪਣੇ ਬਾਪ ਨੂੰ ਕੈਦ ਕੀਤਾ। ਸੋ ਬਾਦਲ ਸਾਹਿਬ ਦੀ ਸਥਿਤੀ ਇਹ ਆ ਜੋ ਇਹਨਾਂ ਨੇ ਧਰੋ ਕਮਾਇਆ ਨਾ ਪੰਜਾਬ ਨਾਲ, ਠੀਕ ਆ ਕੋਈ ਚੰਗੇ ਕੰਮ ਵੀ ਕੀਤੇ ਹੋਣਗੇ, ਉਹਨਾਂ ਦੇ ਚੰਗੇ ਜੋ ਕੀਤੇ ਰਿਜ਼ਲਟ ਮੁੜ ਕੇ ਮਾੜੇ ਨਿਕਲੇ। ਆਟਾ ਦਾਲ ਸਕੀਮ ਲਾ ਲਓ ਤੁਸੀਂ, ਮੁਫਤ ਅਸਲ ਹੱਲ ਕਰਨ ਦੀ ਥਾਂ ਦੂਜੇ ਪਾਸੇ ਨੂੰ ਜੋ ਇਹਨਾਂ ਨੇ ਹੱਲ ਕੀਤੇ ਨੇ, ਸੋ ਉਹਦੇ ਸਾਹਮਣੇ ਉਹਦਾ ਮਹਿਲ ਮਨਾਰੇ ਨੇ ਜਿਹੜੇ ਢਹਿ ਰਹੇ ਨੇ। ਦੇਖੋ ਉਹ ਬੰਦੇ ਨੂੰ ਪਹਿਲਾਂ ਹੱਕ 'ਚ ਆਖਰ ਜਦੋਂ ਦੇਖੋ ਸੁਖਬੀਰ ਤਾਂ ਨਾ ਅਕਾਲੀਆਂ ਦਾ ਲੀਡਰ ਆ ਨਾ ਕਿਸਾਨਾਂ ਦਾ ਲੀਡਰ ਆ, ਇਹਦੀ ਤਾਂ ਗੱਲੇ ਨਹੀਂ ਲੋਕਾਂ ਦੇ ਮਨ ਨਾਲ ਜੁੜਦੀ, ਇਹ ਤਾਂ ਕਾਰਪੋਰੇਟ ਦਾ ਨੁਮਾਇੰਦਾ ਤੇ ਨੇ ਉਹੀ ਕੰਮ ਕੀਤਾ ਹੁਣ ਤੱਕ। ਮਤਲਬ ਅਕਾਲੀ ਦਲ ਦੀਆਂ ਜੋ ਕਹਿੰਦੇ ਇਹ ਤਾਂ ਐ ਤਾਂ ਕਹਿ ਹੀ ਨਹੀਂ ਰਿਹਾ ਵੀ ਮੇਰੀ ਕੋਈ ਕੁਰਬਾਨੀ ਹੈ, ਜਦੋਂ ਬੋਲਦਾ ਅਕਾਲੀ ਦਲ ਦੀ ਕੁਰਬਾਨੀ ਆ ਮੇਰੇ ਪਿਤਾ ਦੀ ਕੁਰਬਾਨੀ ਹੈ। ਤੂੰ 10 ਸਾਲ 'ਚ ਕੀ ਕੀਤਾ ਉਹ ਦੱਸ ਨਾ। ਤੂੰ ਉਦੋਂ ਕੇਂਦਰੀ ਰਾਜ ਮੰਤਰੀ ਸੀ ਜਦੋਂ ਪਹਾੜੀ ਰਾਜਾਂ ਨੂੰ ਰੇਤਾਂ ਦਿੱਤੀਆਂ ਜਿਨ੍ਹਾਂ ਨੇ ਕਹਿੰਦੇ ਪੰਜਾਬ ਦੀ ਇੰਡਸਟਰੀ ਡੋਬਤੀ। ਸੋ ਇਸ ਕਰਕੇ ਬੜਾ ਉਹਨਾਂ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪੈ ਰਿਹਾ, ਨਮੋਸ਼ੀਜਨਕ ਉਹਨਾਂ ਦੀ ਹਾਲਤ ਆ। ਤੇ ਮੁੜ ਕੇ ਜਦੋਂ ਅਸਤੀਫਾ ਦਿੱਤਾ, ਜਦੋਂ ਲੋਕਾਂ ਨੇ ਡਰਾਮੇਬਾਜ਼ੀ ਕਿਹਾ ਇਹਨੂੰ ਸਾਰੇ ਕਾਸੇ ਨੂੰ, ਫੇਰ ਕਹਾਇਆ ਉਹ ਤੋਂ, ਫੇਰ ਉਹਨਾਂ ਨੇ ਕਹਾਇਆ ਬਿਆਨ ਦਵਾਇਆ ਜੋ ਕੀਤਾ ਚੰਗਾ ਕੰਮ ਕੀਤਾ। ਤੇ ਸੁਖਬੀਰ ਦੇ ਮੂੰਹੋਂ ਸੱਚੀ ਗੱਲ ਨਿਕਲ ਜਾਂਦੀ ਹੈ, ਕਹਿੰਦਾ ਅੱਜ ਪਹਿਲੀ ਵਾਰ ਮੇਰੇ ਪਿਤਾ ਨੇ ਮੈਨੂੰ ਥਾਪੀ ਦਿੱਤੀ ਆ। ਇਹਦਾ ਮਤਲਬ 10 ਸਾਲ ਤੈਨੂੰ ਥਾਪੀ ਨਹੀਂ ਸੀ ਉਹਦੀ, ਤੂੰ ਮਾਨਿਆ ਕੀਤੀਆਂ। ਦੂਜੀ ਗੱਲ ਜੀ, ਤੁਸੀਂ ਦੂਜੀ ਗੱਲ ਕਹਿੰਦੇ ਨਵਜੋਤ ਸਿੰਘ ਸਿੱਧੂ ਦੀ। ਸਿੱਧੂ ਜਿਵੇਂ ਪੰਜਾਬ ਦੀ ਸਿਆਸਤ 'ਚ ਕੈਪਟਨ ਵਰਸਸ ਸਿੱਧੂ ਹੋਇਆ ਪਿਆ ਸੀਗਾ, ਕਿਸਾਨਾਂ ਨੇ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਇਕੱਠਾ ਕਰਤਾ। ਸਿੱਧੂ ਨੇ ਤਾਰੀਫ ਕੀਤੀ ਕੈਪਟਨ ਦੇ ਸਟੈਪ ਦੀ। ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਦੀ ਸਥਿਤੀ ਇਹਨਾਂ ਸੁਧਰੂਗੀ ਜਾਂ ਫਿਰ ਇਹਨਾਂ ਦੀ ਇੰਟਰਨਲ ਪੋਲਿਟਿਕਸ ਤੇ ਕੀ ਅਸਰ? ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੈਂਤੜਾ ਸੀ, ਪੈਂਤੜਾ ਤਾਂ ਉਹਦਾ ਠੀਕ ਸੀ, ਇਹ ਨਹੀਂ ਮਤਲਬ ਉਹਨੇ ਅਸਤੀਫਾ ਦਿੱਤਾ, ਪਰ ਆਈਸੋਲੇਟ 'ਚ ਜਾਣਾ ਠੀਕ ਨਹੀਂ ਸੀ। ਉਹਨੂੰ ਪਾਰਟੀ ਦੇ ਵਿੱਚੇ ਵਿਚ ਰਹਿਣਾ ਚਾਹੀਦਾ ਸੀ, ਕਿਉਂਕਿ ਜੋ ਕੁਝ ਲੱਗ ਰਿਹਾ ਸਿੱਧੂ ਬਾਰੇ ਸੋਚਿਆ ਜਾ ਰਿਹਾ ਵੀ ਆਉਣ ਵਾਲੇ ਭਵਿੱਖ 'ਚ ਕਾਂਗਰਸ ਦੀ ਕਮਾਨ ਇਹਦੇ ਹੱਥ 'ਚ ਹੋਊ ਜਾਂ ਜਿਹਦੇ ਵੀ ਹੱਥ 'ਚ ਹੋਊ ਉਹ 'ਚ ਸਿੱਧੂ ਦਾ ਅਹਿਮ ਰੋਲ ਹੋਊ। ਚਲੋ ਆਪਾਂ ਇਹ ਬਹਿਸ ਨਹੀਂ ਪੈਂਦੇ ਵੀ ਇਹਦੇ ਹੱਥ 'ਚ ਹੋਊ, ਪ੍ਰਗਟ ਦੇ ਹੱਥ 'ਚ ਹੋਊ, ਕਿਹਦੇ ਹੱਥ 'ਚ ਹੋਊ, ਪਰ ਇਹਨੂੰ ਆ ਕੇ ਕਹੀ ਆ ਰਾਵਤ ਨੇ ਵੀ ਸਾਡੇ ਲਈ ਇਹ ਕੀ ਹੈ, ਕੀ ਅਹਿਮੀਅਤ ਆ। ਉਹਦੇ ਵਿੱਚੋਂ ਫਿਰ ਜਿਹੜਾ ਉਹਨੇ ਪੈਂਤੜਾ ਲਿਆ ਹੋਇਆ ਸੀ ਆਈਸੋਲੇਸ਼ਨ ਵਾਲਾ, ਉਹ ਫਿਰ ਤੁੜਾਇਆ ਕੇਂਦਰ ਨੇ, ਕਹਿ ਕੇ ਵੀ ਐਂ ਨਹੀਂ ਕੰਮ ਚੱਲਣਾ, ਵਿੱਚ ਰਹਿ ਉੱਥੇ ਨਾਲ ਵਿਚਰ, ਠੀਕ ਆ ਤੂੰ ਮੰਤਰੀ ਨਹੀਂ। ਐਂ ਤਾਂ ਥੋੜ੍ਹਾ ਹੁੰਦਾ ਵੀ ਫਿਰ ਮੈਂ ਹੁਣ ਤਾਂ ਹੀ ਮੁੜ ਕੇ ਆਊਂ ਜੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੇ ਬਦਲ ਵਜੋਂ ਤੁਸੀਂ ਲੈ ਕੇ ਆਓਗੇ। ਉਹ ਸਿੱਧੂ ਦੀ ਗਲਤੀ ਸੀ ਇਸ ਗੱਲ ਦੀ। ਅਸਤੀਫਾ ਦੇਣਾ ਮੈਂ ਗਲਤ ਨਹੀਂ ਸਮਝਦਾ, ਮੈਂ ਇਹ ਸਮਝਦਾ ਵੀ ਆਈਸੋਲੇਸ਼ਨ ਚਲਾ ਗਿਆ ਨਾ ਜਿਹੜਾ, ਉਹਦੀ ਗਲਤੀ ਸੀ, ਉਹਨਾਂ ਨੇ ਠੀਕ ਕਰਵਾਈ ਆ। ਉਹਨੇ ਵਿਧਾਨ ਸਭਾ ਜਾਣ ਤੋਂ ਪਹਿਲਾਂ ਜੋ ਭਾਸ਼ਣ ਦਿੱਤਾ, ਜੋ ਉਹਨੇ ਮੋਗਾ ਰੈਲੀ 'ਚ ਭਾਸ਼ਣ ਦਿੱਤਾ, ਉਹ ਆ ਅਸਲ ਉਹਦਾ ਵਿਚਾਰ। ਕੈਪਟਨ ਦੀ ਪ੍ਰਸ਼ੰਸਾ ਉਹਨੇ ਕੀਤੀ ਆ, ਕੈਪਟਨ ਨੇ ਵੀ ਦੂਜੇ ਦਿਨ ਉਹਦੀ ਪ੍ਰਸ਼ੰਸਾ ਕੀਤੀ ਆ। ਸੋ ਇਸ ਕਰਕੇ ਜਿਹੜਾ ਇਹ ਸੀ ਨਾ ਵੀ ਕਾਂਗਰਸ, ਦੇਖੋ ਜਨਰੇਸ਼ਨਲ ਗੈਪ ਆ, ਲੀਡਰਸ਼ਿਪ ਬਦਲੀ ਹੋਣੀ ਆ। ਇਹ ਸਹਿਜ ਸੁਭਾਅ ਹੋ ਜੇ, ਮਿਲ ਗਿਲ ਕੇ ਹੋ ਜੇ ਤਾਂ ਉਹ ਵਧੀਆ। ਮੈਨੂੰ ਲੱਗਦਾ ਵੀ ਕਾਂਗਰਸ ਹਾਈ ਕਮਾਂਡ ਨੇ ਵੀ ਸਹਿਜਤਾ ਵਾਲਾ ਰੁਖ ਅਖਤਿਆਰ ਕਰੇ, ਉਹ ਅਪਣਾ ਲਿਆ ਪੈਂਤੜਾ। ਪਰ ਕਿਉਂਕਿ ਹੁਣ ਅਮਰਿੰਦਰ ਦੇ ਪੈਰ ਹੇਠਾਂ ਬਟੇਰਾ ਆ ਗਿਆ, ਇਹਦੇ ਵਰਗੀ ਮਾੜੀ ਕਾਰਗੁਜ਼ਾਰੀ ਕੋਈ ਨਹੀਂ ਸੀ, ਨੁਖਿੱਧ ਕਾਰਗੁਜ਼ਾਰੀ ਸੀ। ਜੇ ਕਿਤੇ ਕੋਵਿਡ ਨਾ ਆਉਂਦਾ, ਆ ਕਿਸਾਨਾਂ ਵਾਲਾ ਮਸਲਾ ਨਾ ਆਉਂਦਾ, ਹੁਣ ਤੱਕ ਤਾਂ ਲੋਕ ਇਹਦੇ ਖਿਲਾਫ ਵੱਡੇ ਪੱਧਰ ਤੇ ਮੈਦਾਨਾਂ 'ਚ ਨਿੱਤਰੇ ਹੋਣੇ ਸੀ। ਸੋ ਇਸ ਕਰਕੇ ਇਹਦੀ ਇੰਪਲੀਕੇਸ਼ਨ ਕੀ ਆਉਂਦੀ ਆਉਣ ਵਾਲੇ ਸਮੇਂ 'ਚ, ਮਤਲਬ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹੀ ਸਵਾਲ ਪੁੱਛਦਾ, ਆਖਰੀ ਟਿੱਪਣੀ ਤੁਹਾਡੀ 2-3 ਸ਼ਬਦਾਂ 'ਚ, ਜੇ ਅੱਜ ਪੰਜਾਬ 'ਚ ਚੋਣਾਂ ਹੋ ਜਾਣ, ਕਿਹੜੀ ਪਾਰਟੀ ਨੂੰ ਕਿੱਥੇ ਦੇਖਦੇ? ਨਹੀਂ ਅੱਜ ਤਾਂ ਦੇਖੋ ਮਾਹੌਲ ਤਾਂ ਫਿਰ ਕਾਂਗਰਸ ਦੇ ਪੱਖ 'ਚ ਆ, ਭਾਜਪਾ ਘੇਰੀ ਜਾ ਰਹੀ ਆ, ਅਕਾਲੀਆਂ ਨੂੰ ਫਿਟਲਾਣ ਤਾਂ ਪੈ ਰਹੀਆਂ ਨੇ, ਤੇ ਭਗਵੰਤ ਮਾਨ ਆ ਜਿਹੜਾ ਉਹ ਵੈਸੀ ਸਾਬਤ ਹੋ ਗਿਆ ਇੱਕ ਤਰ੍ਹਾਂ ਨਾਲ ਵੀ ਮਤਲਬ ਇੰਨੀ ਛਲੇਡੇ ਵਾਲੀ ਰਾਜਨੀਤੀ। ਤੇ ਜੋ ਕੁਛ ਉਹ ਬੋਲ ਰਿਹਾ ਨਾ ਜੀ ਵੀ ਕਾਨੂੰਨ ਕੀ ਹੁੰਦੇ ਨੇ, ਸੰਵਿਧਾਨ ਕੀ ਹੁੰਦਾ, ਬਦਲਿਆ ਕਿਵੇਂ ਜਾ ਸਕਦਾ, ਉਹਦੀ ਅਕਲ ਦਾ ਐਡਾ ਜਲੂਸ ਨਿਕਲ ਰਿਹਾ। ਐਡੇ ਐਡੇ ਵੱਡੇ ਵਕੀਲ ਬੋਲ ਰਹੇ ਨੇ, ਕਾਂਗਰਸ ਵਿਰੋਧੀ ਵੀ ਬੋਲ ਰਹੇ ਨੇ ਵੀ ਇਹ ਕੀ ਆ ਚੱਕਰ ਸਾਰਾ। ਉਹ ਉਹੀ ਚੁਟਕਲੇਬਾਜ਼ ਵਾਲੀ ਸਿਆਸਤ ਆ ਜਿਹੜੀ ਲੈ ਕੇ ਆਉਂਦਾ। ਉਹ ਤਾਂ ਫਸ ਗਿਆ ਨਾ ਜੀ। ਹੁਣ ਕਹਿੰਦੇ ਸੀ ਦਿੱਲੀ ਮਾਡਲ ਲਾਗੂ ਕਰਾਂਗੇ, ਤੇ ਸਵਾਲ ਇਹ ਆ, ਪਹਿਲਾਂ ਚਲੋ ਜੋ ਕੀਤਾ ਉਹਨਾਂ ਨੇ ਕੀਤਾ, ਕਸ਼ਮੀਰ ਬਾਰੇ ਜੋ ਕੀਤਾ, ਸਟੇਟ ਹੁੱਡ ਦਬਾਵਾਂਗੇ ਪੂਰੀ, ਉਹ ਤੇ ਆਏ ਸੀ ਨਾ, ਉਹ ਵੀ ਛੱਡਤੀ। ਫਿਰ ਹੁਣ ਇਹ ਕਹਿੰਦੇ ਦਿੱਲੀ ਮਾਡਲ ਲਾਗੂ ਕਰਾਂਗੇ, ਫਿਰ ਦਿੱਲੀ ਵਿਧਾਨ ਸਭਾ ਤੋਂ ਮਾਡਲ ਪੇਸ਼ ਕਰਾਓ ਵੀ ਇਹ ਖੇਤੀ ਕਾਨੂੰਨ ਜਿਹੜੇ ਕਿਸਾਨਾਂ ਦੇ ਦੁਸ਼ਮਣ ਨੇ, ਇਹਨਾਂ ਨੂੰ ਕਿਵੇਂ ਰੱਦ ਕੀਤਾ ਜਾਣਾ ਚਾਹੀਦਾ। ਉਹ ਕਰਾਉਣ ਨਾ ਇਹ, ਫਿਰ ਲੋਕਾਂ ਨੂੰ ਜਵਾਬ ਦੇ ਹੋਣਗੇ। ਪਰ ਲੋਕਾਂ ਦੇ ਨੱਕੋਂ ਬੁੱਲੋਂ ਜਿਵੇਂ ਕਹਿੰਦੇ ਹੁੰਦਾ ਜੀ,
ਰੱਬ ਜਦੋਂ ਮਾਰਦਾ ਮੱਤ ਮਾਰਦਾ, ਅਕਾਲੀਆਂ ਤੇ ਭਗਵੰਤ ਮਾਨ ਉਹਨਾਂ ਦੀ ਮੱਤ ਮਾਰੀ ਦਿਸ ਰਹੀ ਹੈ ਮੈਨੂੰ ਤਾਂ। ਤੇ ਕੈਪਟਨ ਤੇ ਸਿੱਧੂ ਦੇ ਪੈਰ ਹੇਠਾਂ ਬਟੇਰਾ ਆ ਰਿਹਾ।